ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਮੈਂ ਹਾਂ ਸੁਰਿੰਦਰ ਡੱਲਾ। ਕੈਨੇਡਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਅਕਸਰ ਹੁੰਦੀਆਂ ਨੇ ਔਰ ਹੁਣ ਸਭ ਤੋਂ ਵੱਡੀ ਚਰਚਾ ਇਹ ਹੋ ਰਹੀ ਹੈ ਕਿ VFS ਸੈਂਟਰ ਜਲਦ ਖੁੱਲ੍ਹਣਗੇ। ਪਹਿਲਾਂ 15 ਸਤੰਬਰ ਦੀ ਗੱਲ ਕੀਤੀ ਜਾ ਰਹੀ ਸੀ, ਉਸ ਤੋਂ ਬਾਅਦ 30 ਸਤੰਬਰ ਦੀ ਗੱਲ ਹੋ ਰਹੀ ਸੀ, ਪਰ ਕੀ ਸੱਚਮੁੱਚ 30 ਸਤੰਬਰ ਤੋਂ ਕੁਝ ਪਹਿਲਾਂ ਜਾਂ ਕੁਝ ਬਾਅਦ VFS ਸੈਂਟਰ ਖੁੱਲ੍ਹ ਜਾਣਗੇ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ, ਪਰ ਸੰਭਾਵਨਾਵਾਂ ਕਈ ਤਰ੍ਹਾਂ ਦੀਆਂ ਬਣ ਰਹੀਆਂ ਨੇ ਕਿਉਂਕਿ ਪਾਸਪੋਰਟ ਸਬਮਿਸ਼ਨ ਲੈਟਰਸ ਵੀ ਬਹੁਤ ਸਾਰੇ ਸਟੂਡੈਂਟਸ ਨੂੰ ਆ ਰਹੀਆਂ ਨੇ। ਇਹਦਾ ਮਤਲਬ ਕੀ ਹੈ? ਇਹਦੇ ਤੋਂ ਕੀ ਸੰਭਾਵਨਾ ਨੂੰ ਦੇਖਿਆ ਜਾ ਸਕਦਾ ਹੈ? ਇਹ ਬੜਾ ਇੰਪੋਰਟੈਂਟ ਹੈ ਔਰ ਸਾਡੇ ਨਾਲ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਸਿੰਘ ਜੀ ਮੌਜੂਦ ਨੇ। ਗੁਰਪ੍ਰੀਤ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਵੈਰੀ ਮਚ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਗੁਰਪ੍ਰੀਤ ਜੀ, ਤੁਸੀਂ ਕਿਵੇਂ ਵੇਖਦੇ ਹੋ VFS ਸੈਂਟਰ ਦੀ ਸੰਭਾਵਨਾ? ਤੁਹਾਨੂੰ ਕੋਈ ਨਜ਼ਰ ਆਉਂਦੀ ਹੈ? ਬਿਲਕੁਲ, VFS ਸੈਂਟਰ ਦੀ ਸੰਭਾਵਨਾ ਉਦੋਂ ਬਹੁਤ ਜ਼ੋਰ ਫੜ ਲੈਂਦੀ ਹੈ ਜਦੋਂ ਦੇਖਿਆ ਜਾਂਦਾ ਕਿ ਸਟਾਰਟਿੰਗ ਜਦੋਂ ਹੋਈ 18 ਮਾਰਚ ਵਾਲੇ ਸਟੂਡੈਂਟ ਦਾ ਹੱਥ ਫੜਨਾ ਸ਼ੁਰੂ ਹੋਇਆ। ਹਾਈ ਕਮਿਸ਼ਨ ਨੇ ਕਾਲਜਸ ਨਾਲ ਰਾਬਤਾ ਕਾਇਮ ਕੀਤਾ। ਹਾਈ ਕਮਿਸ਼ਨ ਨੇ ਕਾਲਜਸ ਨੂੰ ਕਿਹਾ ਕਿ ਤੁਸੀਂ ਕੁਆਰੰਟਾਈਨ ਪਲਾਨ ਐਡਜਸਟ ਕਰੋ ਬੱਚੇ ਦਾ, ਅਸੀਂ ਤਿਆਰ ਹਾਂ 18 ਮਾਰਚ ਵਾਲੇ ਬੱਚਿਆਂ ਨੂੰ ਬੁਲਾਉਣ ਲਈ। ਕੀ ਉਦੋਂ ਕਰੋਨਾ ਵਾਇਰਸ ਦੇ ਕੇਸ ਘਟ ਗਏ ਸੀ? ਨਹੀਂ, ਉਸੇ ਚਰਮ ਦੇ ਉੱਤੇ ਹੈ, ਉਸੇ ਤਰ੍ਹਾਂ ਚੱਲ ਰਿਹਾ ਸਭ ਕੁਝ। ਬਟ ਕੈਨੇਡਾ ਨੇ ਹੌਸਲਾ ਵਧਾਇਆ ਸਟੂਡੈਂਟ ਦਾ, ਅੱਗੇ ਸਟੂਡੈਂਟ ਨੂੰ ਬੁਲਾਉਣਾ ਸ਼ੁਰੂ ਕੀਤਾ ਔਰ 18 ਮਾਰਚ ਵਾਲੇ ਮੇਰੇ ਬਹੁਤ ਸਾਰੇ ਸਟੂਡੈਂਟ ਆ ਜਿਹੜੇ ਅਗਲੇ 2-4 ਦਿਨਾਂ ਦੇ ਵਿੱਚ ਟਰੈਵਲ ਕਰ ਰਹੇ ਨੇ। ਹੁਣ ਤੱਕ ਲੈਂਡਮਾਰਕ ਦੇ ਕਿੰਨੇ ਸਟੂਡੈਂਟ ਟਰੈਵਲ ਕਰ ਗਏ 18 ਮਾਰਚ ਵਾਲੇ? ਜਿਹੜੇ 18 ਮਾਰਚ ਤੋਂ ਪਹਿਲਾਂ ਦੇ ਜਿਹੜੇ ਵੀਜ਼ਾ ਸਟੈਂਪ ਸੀਗੇ, ਵੀਜ਼ਾਸ ਮਈ ਵਾਲੇ ਬੱਚੇ ਔਰ ਕੁਝ ਬੱਚੇ ਸੀਗੇ ਜਿਨ੍ਹਾਂ ਦੇ ਸਪਟੈਂਬਰ ਇਨਟੇਕ ਡੈਫਰ ਹੋ ਗਿਆ ਸੀ, ਆਲਮੋਸਟ 200-250 ਬੱਚਾ ਟਰੈਵਲ ਕਰ ਗਿਆ। ਔਰ ਜਿਹੜੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆ ਬੱਚੇ ਹੁਣ ਵੀ ਪਾਈਪਲਾਈਨ 'ਚ ਨੇ ਜਿਹੜੇ ਵੀਕਲੀ ਟਰੈਵਲ ਕਰ ਰਹੇ ਨੇ, 25-30 ਸਟੂਡੈਂਟ ਹੋ ਹੈਗੇ ਆ। ਸੋ ਇਸੇ ਤਰ੍ਹਾਂ ਜਿੱਦਾਂ ਜਿੱਦਾਂ ਲੈਟਰ ਆਉਂਦੀ ਜਾਏਗੀ, ਹਾਲੇ ਬਹੁਤ ਵੱਡੇ ਲੈਵਲ 'ਤੇ ਸਟੂਡੈਂਟ ਪਿਆ ਜਾਣ ਵਾਲਾ ਕਿਉਂਕਿ ਨਾਇਗਰਾ ਲੈਟਰਸ ਦੇਣੀਆਂ ਸ਼ੁਰੂ ਕਰ ਰਿਹਾ। ਸੋ ਮਤਲਬ ਕਾਲਜਿਸਟ ਕੋਲ ਰਿਸਪੌਂਸਿਬਿਲਿਟੀ ਦਿੱਤੀ ਹਾਈ ਕਮਿਸ਼ਨ ਨੇ ਕਿ ਇਹ ਸਟੂਡੈਂਟ ਆ ਸਕੇ। ਇਹ ਸਾਫ਼ ਅੰਦੇਸ਼ਾ ਦਿੰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਪਟੈਂਬਰ ਵਾਲੇ ਸਟੂਡੈਂਟ ਨੂੰ ਵੀ ਪੂਰਾ ਅਕੋਮੋਡੇਟ ਕਰਨਗੇ ਔਰ ਸਪਟੈਂਬਰ ਵਾਲੇ ਸਟੂਡੈਂਟ ਨੂੰ ਬੁਲਾਉਣ ਦੀ ਤਿਆਰੀ ਵੀ ਚੱਲ ਰਹੀ ਹੈ ਪੂਰੇ ਜ਼ੋਰਾਂ ਦੇ ਉੱਤੇ। ਜਿਹੜੇ ਸਟੂਡੈਂਟ ਆਨਲਾਈਨ ਸਟੱਡੀ ਸਟਾਰਟ ਕਰ ਚੁੱਕੇ ਨੇ, ਅਗਲਾ ਨੰਬਰ ਉਹਨਾਂ ਦਾ ਆ। ਨਾਲ ਨਾਲ ਜਿੱਦਾਂ ਡੱਲਾ ਜੀ ਨੇ ਦੱਸਿਆ ਹੈ ਕਿ ਲੈਟਰ ਆਉਣੀ ਸ਼ੁਰੂ ਹੋ ਗਈ, ਪਾਸਪੋਰਟ ਸਬਮਿਸ਼ਨ, ਇੱਕ ਬਹੁਤ ਵੱਡਾ ਸੰਦੇਸ਼ ਹੈ ਸਾਰੇ ਸਟੂਡੈਂਟ ਦੇ ਲਈ ਕਿ ਤਿਆਰ ਹੋ ਜਾਓ। ਤੁਸੀਂ ਸਪਟੈਂਬਰ ਇਨਟੇਕ ਹੋ, ਚਾਹੇ ਤੁਹਾਡਾ AIP ਪਹਿਲਾਂ ਆਇਆ ਵਾ, ਜੇ ਰਿਕੁਐਸਟਾਂ ਆਉਣੀਆਂ ਸ਼ੁਰੂ ਹੋ ਗਈਆਂ ਮਤਲਬ VFS ਸੈਂਟਰ ਦੇ ਉੱਤੇ ਬਹੁਤ ਵੱਡਾ ਕੋਈ ਨਾ ਕੋਈ ਤੁਸੀਂ ਕਹਿ ਸਕਦੇ ਹੋ ਕਿ ਗੌਰਮੈਂਟ ਵੱਲੋਂ ਇੱਥੇ ਡਿਸੀਜ਼ਨ ਲਿਆ ਜਾਣ ਵਾਲਾ ਵਾ। ਤਾਂ ਹੀ ਪਾਸਪੋਰਟ ਸਬਮਿਟ ਹੋਣਗੇ, ਤਾਂ ਹੀ ਅੱਗੇ ਵਧਣਗੇ ਬੱਚੇ। ਸੋ ਮੇਕ ਸ਼ੋਰ ਕਿ ਅਸੀਂ ਸਪਟੈਂਬਰ ਦੇ ਸਟੂਡੈਂਟ ਜਿੰਨੇ ਲੈਂਡਮਾਰਕ ਦੇ ਪੈਨਲ ਦੇ ਉੱਤੇ ਨੇ ਜਾਂ ਨਹੀਂ ਵੀ ਲੈਂਡਮਾਰਕ ਤੋਂ AIP ਆਇਆ, ਮੈਂ ਸਾਰਿਆਂ ਦੇ ਪ੍ਰਤੀ ਮੇਰਾ ਸੇਮ ਪਿਆਰ ਹੈ, ਕਹਿ ਲਓ ਸਾਡਾ ਬਿਲਕੁਲ ਇਹ ਸੇਮ ਨਜ਼ਰੀਆ ਰਹਿੰਦਾ ਹੈ ਉਹਨਾਂ ਸਟੂਡੈਂਟ ਦੇ ਪ੍ਰਤੀ। ਸੋ ਬੇਸਿਕ ਮੈਂ ਉਹਨਾਂ ਨੂੰ ਇਹੀ ਕਹੂੰਗਾ ਕਿ ਆਨਲਾਈਨ ਸਟੱਡੀ ਨੂੰ ਮਿਸ ਨਹੀਂ ਕਰਨਾ। ਜਿਵੇਂ ਹਾਈ ਕਮਿਸ਼ਨ ਨੇ ਕਹਿ ਦਿੱਤਾ ਕਿ ਇੰਟਰਨੈਟ ਲਵਾ ਲਓ, ਡੋਂਗਲ ਲਵਾ ਲਓ, ਕੁਝ ਵੀ ਲੈ ਲਓ। ਸੋ ਤੁਸੀਂ ਆਨਲਾਈਨ ਪੜ੍ਹੋ ਕਿਉਂਕਿ ਉਹ ਤਿਆਰ ਨੇ ਤੁਹਾਨੂੰ ਹੁਣ ਬੁਲਾਉਣ ਵਾਸਤੇ ਅੱਗੇ ਫਰਦਰ ਦੇ ਵਿੱਚ। ਸੋ ਆਈ ਐਮ ਸ਼ੋਰ ਬੜੀ ਹੀ ਜਲਦੀ ਇਸੇ ਮੰਚ ਤੋਂ ਬਹੁਤ ਵੱਡੇ ਖੁਲਾਸੇ ਹੋਣ ਵਾਲੇ ਨੇ ਜਿਹੜੇ ਸੈਂਟਰਸ ਨੇ VFS ਸੈਂਟਰ ਨੂੰ ਲੈ ਕੇ, ਆਲ ਓਵਰ ਇੰਡੀਆ ਦੇ VFS ਸੈਂਟਰ ਨੂੰ ਲੈ ਕੇ। ਸੋ ਬਿਲਕੁਲ, ਅਗਰ VFS ਸੈਂਟਰ ਜਲਦ ਖੁੱਲ੍ਹਦੇ ਨੇ, ਕਿਸ ਰੂਪ 'ਚ ਕਿਹੜੇ ਵਿਦਿਆਰਥੀਆਂ ਨੂੰ ਇਮੀਡੀਏਟ ਬੈਨੀਫਿਟ ਇਹਦਾ ਹੋਊਗਾ ਜੀ? ਇਮੀਡੀਏਟ ਬੈਨੀਫਿਟ ਸਭ ਤੋਂ ਪਹਿਲਾਂ ਜਿਨ੍ਹਾਂ ਦਾ AIP ਫਸਟ ਅਪਰੂਵਲ ਆ ਗਈ ਔਰ ਨਾਲ ਉਹ ਆਨਲਾਈਨ ਸਟੱਡੀਜ਼ ਨੂੰ ਉਹਨਾਂ ਨੇ ਪਹਿਲ ਦਿੱਤੀ ਹੈ, ਸਭ ਤੋਂ ਪਹਿਲਾ ਬੈਨੀਫਿਟ ਉਹਨਾਂ ਦੀ ਝੋਲੀ ਦੇ ਵਿੱਚ ਪੈ ਜਾਣਾ ਜਾ ਕੇ। ਹੁਣ ਮੇਰੇ ਕੋਲ ਸਟੂਡੈਂਟ ਬਹੁਤ ਸਾਰੇ ਨੇ। ਮੈਂ ਇੱਕ ਜੈਨਰਿਕ ਡੱਲਾ ਜੀ ਮੈਂ ਕਹਿਣਾ ਚਾਹੂੰਗਾ, ਇੱਕ ਸਟੇਟਮੈਂਟ ਹੈ ਮੇਰੀ। ਜਦੋਂ AIP ਆਉਣੇ ਸ਼ੁਰੂ ਹੋਏ ਸੀ ਨਾ, ਪਹਿਲੇ ਸਟੂਡੈਂਟ ਜਿਹਦਾ AIP ਆਉਂਦਾ ਸੀ ਕਹਿੰਦਾ ਓਹੋ ਮੇਰਾ AIP ਕਿੱਥੋਂ ਆ ਗਿਆ, ਮੈਂ ਤਾਂ ਆਨਲਾਈਨ ਪੜ੍ਹਨਾ ਨਹੀਂ ਹੈਗਾ, ਮੇਰਾ AIP ਕਿਉਂ ਆ ਗਿਆ। ਜਦੋਂ ਰਿਫਿਊਜ਼ਲ ਆਉਣੀ ਸ਼ੁਰੂ ਹੋਈ ਮਾਰਕੀਟ 'ਚ, ਫਿਰ ਰੁਝਾਨ ਬਦਲ ਗਿਆ, ਕਹਿੰਦਾ AIP ਮੇਰਾ ਕਿਉਂ ਨਹੀਂ ਆਇਆ, ਹਾਲੇ ਤੱਕ ਮੇਰੀ ਫਾਈਲ ਵੇਟਿੰਗ 'ਚ ਕਿਉਂ? ਕਿਉਂਕਿ ਡਰ ਬਣ ਗਿਆ ਕਿ ਰਿਫਿਊਜ਼ਲ ਤਾਂ ਨਹੀਂ ਆ ਜੂਗੀ। ਪਹਿਲਾਂ ਲੱਗਿਆ ਸੀਗਾ ਕਿ AIP ਸਾਰਿਆਂ ਨੂੰ ਹੀ ਆਉਣਗੇ, ਉਸ ਤੋਂ ਬਾਅਦ ਡਿਸੀਜ਼ਨ ਹੋਣਗੇ ਕਿ ਕਿਹੜਾ ਜਾਊਗਾ ਕਿਹੜਾ ਨਹੀਂ ਜਾਊਗਾ। ਪਰ ਅੰਬੈਸੀ ਨੇ ਬਹੁਤ ਵੱਡੇ ਲੈਵਲ 'ਤੇ ਪਹਿਲਾਂ ਹੀ ਦੱਸ ਦਿੱਤਾ ਕਿ ਅਸੀਂ ਐਡਮਿਸ਼ਨ ਐਲੀਜੀਬਿਲਿਟੀ ਕ੍ਰਾਈਟੀਰੀਆ ਚੈੱਕ ਕਰ ਰਹੇ ਹਾਂ, ਅਸੀਂ ਕਾਫੀ ਪੈਰਾਮੀਟਰ AIP 1 ਦੇਣ ਤੋਂ ਪਹਿਲਾਂ ਵੀ ਚੈੱਕ ਕਰ ਰਹੇ ਹਾਂ। ਸੋ ਸਾਰੀਆਂ ਚੀਜ਼ਾਂ ਦੇ ਉੱਤੇ ਜਿੰਨੇ ਪ੍ਰਸ਼ਨ ਚਿੰਨ੍ਹ ਲੱਗੇ ਹੋਏ ਸੀਗੇ ਉਹ ਸਾਰੇ ਹਟ ਗਏ। ਆਲਮੋਸਟ ਡੱਲਾ ਜੀ ਅੱਜ ਬੜਾ ਹੀ ਵਧੀਆ ਫੀਲ ਹੁੰਦਾ ਜਦੋਂ ਮੋਸਟ ਆਫ ਦਾ ਸਟੂਡੈਂਟ, ਮਤਲਬ ਮੈਨੂੰ ਲੱਗਦਾ 95% ਸਟੂਡੈਂਟ
ਇਹ ਕਹਿੰਦੇ ਨੇ ਫੋਨ ਕਰਕੇ ਸਰ ਅਸੀਂ ਆਨਲਾਈਨ ਕਰਾਉਣ ਲਈ ਤਿਆਰ ਹਾਂ, ਅਸੀਂ ਅੱਗੇ ਵਧ ਰਹੇ ਹਾਂ ਔਰ ਸੈਪਟੈਂਬਰ ਲਈ ਮੈਂ ਰਿਸ਼ਤੇਦਾਰਾਂ ਦੇ ਘਰ ਪਲਾਨ ਕਰ ਰਿਹਾ ਲੈਣਾ 2 ਮਹੀਨੇ ਵਾਸਤੇ, ਕਿਉਂਕਿ ਮੇਰੇ ਘਰ ਦੇ ਨੈਟਵਰਕ ਨਹੀਂ ਆਉਂਦਾ। ਮੈਂ ਨਵਾਂ ਡੋਂਗਲ ਲੈ ਲਿਆ, ਮੈਂ ਇੰਟਰਨੈਟ ਕਨੈਕਟੀਵਿਟੀ ਲੈ ਲਈ, ਮੈਂ ਲੈਪਟਾਪ ਈਵਨ ਦਲਾ ਜੀ ਕਾਲ ਆਏ ਸਟੂਡੈਂਟਸ ਦੇ ਕਿ ਕਿਹੜਾ ਲੈਪਟਾਪ ਕਿਹੜੀ ਕਨਫੀਗਰੇਸ਼ਨ ਦਾ ਲਈਏ ਅਸੀਂ। ਸੋ ਮਤਲਬ ਜਦੋਂ ਇਦਾਂ ਦਾ ਰੁਝਾਨ ਆਇਆ ਉਹਨਾਂ ਸਟੂਡੈਂਟ ਨੂੰ ਜਿਨ੍ਹਾਂ ਦੀ ਕਾਲ ਆ ਰਹੀ ਹੈ ਇਸ ਕੰਮਾਂ ਦੇ ਲਈ, ਉਹਨਾਂ ਨੂੰ ਸੈਪਟੈਂਬਰ ਇਨਟੇਕ 'ਚ ਆਨਲਾਈਨ ਪੜ੍ਹਨ ਤੋਂ ਜਾਂ ਅੱਗੇ ਸਭ ਤੋਂ ਪਹਿਲੇ ਤੌਰ ਤੇ ਬਾਹਰ ਜਾਣ ਲਈ ਕੈਨੇਡਾ ਦੇ ਵਿੱਚ ਪੈਰ ਰੱਖਣ ਲਈ ਕੋਈ ਨਹੀਂ ਰੋਕ ਸਕਦਾ। ਜਦੋਂ VFS ਸੈਂਟਰ ਖੁੱਲ੍ਹਦੇ ਹੈ ਪਹਿਲ ਹੋਏਗੀ ਜਿਹੜੇ ਸਟੂਡੈਂਟ ਦਾ AIP ਆਇਆ ਔਰ ਆਨਲਾਈਨ ਲਈ ਉਹਨੇ ਹਾਮੀ ਭਰ ਦਿੱਤੀ ਹੈ, ਜਾਂ ਉਹ ਸਟੂਡੈਂਟ ਜਿਨ੍ਹਾਂ ਦਾ ਪ੍ਰੋਗਰਾਮ ਆਨਲਾਈਨ ਅਵੇਲੇਬਲ ਹੀ ਨਹੀਂ ਸੀਗਾ ਉਹਨਾਂ ਨੂੰ ਕਿਤੇ ਨਾ ਕਿਤੇ ਅੱਗੇ ਡੈਫਰ ਲੈਣਾ ਪਿਆ, ਕਿਉਂਕਿ ਉਹ ਨਾ ਚਾਹੁੰਦੇ ਸੀ ਉਹ AIP ਪੜ੍ਹਨਾ, ਕਿਉਂਕਿ ਆਨਲਾਈਨ ਕਲਾਸ ਨਹੀਂ ਸੀਗੀ, ਡਿਊ ਟੂ ਦੈਟ ਉਹਨਾਂ ਨੂੰ ਡੈਫਰ 'ਚ ਜਾਣਾ ਪਿਆ। ਸੋ ਇਹ ਸਾਰੀਆਂ ਚੀਜ਼ਾਂ ਬਹੁਤ ਇੱਕ ਪੋਜ਼ਿਟਿਵ ਥਾਟ ਲੈ ਕੇ ਆ ਰਹੀਆਂ ਨੇ। ਮਾਰਕੀਟ ਪੂਰੀ ਪੋਜ਼ਿਟਿਵ ਹੈ ਰਾਈਟ ਨਾਓ, ਕਿਉਂਕਿ ਵਧੀਆ ਰਿਜ਼ਲਟ ਹੈ। ਲੈਂਡਮਾਰਕ ਇਮੀਗ੍ਰੇਸ਼ਨ ਦੇ ਪੈਨਲ ਤੇ ਅੱਜ ਵੀ 90-92% ਜਿਹੜਾ ਸਕਸੈਸ ਰੇਟ ਹੈ ਉਹ ਮੇਨਟੇਨ ਹੈਗਾ, ਕਿਉਂਕਿ ਸਾਡੀ ਬਿਲਕੁਲ ਪੈਣੀ ਨਜ਼ਰ ਹੈ ਹਰ ਇੱਕ ਪ੍ਰੋਫਾਈਲ ਦੇ ਉੱਤੇ। ਜੇ ਕੋਈ ਸਟੂਡੈਂਟ ਰਿਫਿਊਜ਼ ਹੋ ਰਿਹਾ ਲੈਂਡਮਾਰਕ ਇਮੀਗ੍ਰੇਸ਼ਨ ਤੋਂ, ਮੇਰੀ ਤੁਹਾਡੇ ਅੱਗੇ ਸਾਹਮਣੇ ਰਿਕੁਐਸਟ ਹੈ ਆਫਿਸ ਆ ਕੇ ਮਿਲੋ, ਅਸੀਂ ਕੰਮ ਕਰਨਾ ਚਾਹੁੰਦੇ ਹਾਂ ਦੁਬਾਰਾ ਤੁਹਾਡੀ ਪ੍ਰੋਫਾਈਲ ਦੇ ਉੱਤੇ। ਮੈਂ ਚਾਹੁੰਦਾ ਕੋਈ ਵੀ ਇੱਕ ਸਟੂਡੈਂਟ ਵੀ ਮਿਸ ਨਾ ਹੋ ਜਾਏ, ਉਹ 8-10% ਵੀ ਕਿਉਂ ਰਹਿ ਜਾਣ, ਸਾਡਾ ਮਕਸਦ ਇਹ ਉਹ 8-10% ਵੀ ਨਹੀਂ ਰਹਿਣੇ ਚਾਹੀਦੇ। ਉਹਨਾਂ ਦਾ ਹੋ ਸਕਦਾ ਪ੍ਰੋਗਰਾਮ ਨੂੰ ਲੈ ਕੇ ਜਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਿਤੇ ਗੱਲਬਾਤ ਬਣੇ ਤੇ ਅਸੀਂ ਅੱਗੇ ਵਧ ਸਕਦੇ, ਕਿਉਂਕਿ ਮੈਨੂੰ ਬਹੁਤ ਸਾਰਾ ਰਿਸਪੌਂਸ ਆ ਰਿਹਾ ਵਾ ਸਟੂਡੈਂਟ ਦਾ ਜਿਹੜੇ ਮਾਰਕੀਟ ਤੋਂ ਰਿਫਿਊਜ਼ਲ ਹੈ 7 ਬੈਂਡ 6.5 ਬੈਂਡ, ਜਿੱਥੇ 7 ਬੈਂਡ ਵਾਲੇ ਦੀ ਰਿਫਿਊਜ਼ਲ ਆ ਗਈ। ਡੱਲਾ ਜੀ ਮੈਂ ਇਸ ਮੰਚ ਤੋਂ ਇੱਕੋ ਹੀ ਚੀਜ਼ ਕਹਿਣਾ ਚਾਹੂੰਗਾ ਸਟੂਡੈਂਟ ਨੂੰ ਕਿ ਜੇ ਸਤੰਬਰ 'ਚ ਰਿਫਿਊਜ਼ਲ ਆਈ ਹੈ, ਜਨਵਰੀ ਬਹੁਤ ਵੱਡਾ ਹੋਣ ਵਾਲਾ ਵਾ। ਇਸ ਮੈਂ ਕਹਿੰਦਾ ਜਦੋਂ ਦਾ ਕੈਨੇਡਾ ਸ਼ੁਰੂ ਹੋਇਆ ਇੰਟਰਨੈਸ਼ਨਲ ਐਜੂਕੇਸ਼ਨ ਲਈ, ਉਦੋਂ ਤੋਂ ਲੈ ਕੇ ਹੁਣ ਤੱਕ ਜੇ ਸਭ ਤੋਂ ਵੱਡਾ ਇਨਟੇਕ ਕੋਈ ਹੋਏਗਾ ਉਹ ਹੈ ਜਨਵਰੀ 2021। ਉਹ ਕਿਉਂ ਉਹਦੇ ਪਿੱਛੇ ਕਾਰਨ ਕੀ ਹੈ? ਦੇਖੋ ਬੇਸਿਕਲੀ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਜਿਹੜਾ ਆਨਲਾਈਨ ਸਟੱਡੀ ਦੇਣਾ AIP ਦੇਣਾ ਕਦੀ ਅੱਜ ਤੱਕ ਨਹੀਂ ਹੋਇਆ। ਮਾਈਟ ਬੀ ਦਿਸ ਇਜ਼ ਅ ਟ੍ਰਾਇਲ ਵਰਜ਼ਨ ਆਫ ਦਾ ਅੰਬੈਸੀ, ਟ੍ਰਾਇਲ ਵੀ ਹੋ ਸਕਦਾ ਹੈ ਕਿ ਸਾਰੇ ਸਟੂਡੈਂਟ ਨੂੰ ਨਹੀਂ ਦੇ ਪਾਏ ਹੁਣ, ਦੇਖਦੇ ਹੁਣ ਕਿ ਕਿੰਨੀ ਰੇਸ਼ੋ ਆਉਂਦੀ ਹੈ ਆਨਲਾਈਨ ਸਟੂਡੈਂਟ ਪੜ੍ਹਨ ਦੀ। ਸੋ ਇਹ ਕਿਉਂਕਿ ਰਿਫਿਊਜ਼ਲ ਜੇ ਆ ਰਹੀ ਹੈ ਬਟ 7 ਬੈਂਡ ਵਾਲੇ ਬੱਚੇ ਦਾ ਕੀ ਕਸੂਰ ਹੈ ਜੀ, 7.5 ਬੈਂਡ ਵਾਲੇ ਦਾ 88% ਦਾ 85% ਦਾ 90% ਦਾ ਵਾਲੇ ਦਾ ਕੀ ਕਸੂਰ ਹੋ ਗਿਆ, ਉਹਦੀ ਰਿਫਿਊਜ਼ਲ ਕਿਉਂ ਆ ਗਈ? ਉਹਦਾ ਨਾ ਤਾਂ ਕੋਈ ਪਹਿਲੀ ਟਰੈਵਲ ਹਿਸਟਰੀ ਹੈ ਕਿ ਉਹ ਓਵਰਸਟੇ ਹੋਇਆ ਹੋਵੇ, ਨਾ ਤਾਂ ਉਹਦੇ ਅਕੈਡਮਿਕਸ ਵੀਕ ਹੈ, ਆਲ ਓਵਰ ਵੀ ਬਹੁਤ ਚੰਗਾ ਐਗਰੀਗੇਟ ਹੈਗਾ ਔਰ ਇੰਡੀਵਿਜੂਅਲ ਪਰਸੈਂਟੇਜ ਬਹੁਤ ਚੰਗਾ ਹੈ, ਆਇਲਟਸ ਬਹੁਤ ਚੰਗਾ ਹੈ। ਕਮੀ ਕਿੱਥੇ ਰਹਿ ਗਈ ਸਟੂਡੈਂਟ ਦੀ? ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਇਨਟੇਕ ਹੈ AIP ਦੇਣਾ, AIP 1 ਔਰ 2 ਦੇਣਾ, ਇਹ ਪੂਰੀ ਹਿਸਟਰੀ ਦੇ ਵਿੱਚ ਕੈਨੇਡਾ ਦੀ ਪਹਿਲੀ ਵਾਰ ਹੋਇਆ। ਤਾਂ ਜਦੋਂ ਕਦੀ ਵੀ ਪਹਿਲੀ ਵਾਰ ਚੀਜ਼ ਹੁੰਦੀ ਹੈ ਕੁਝ ਨੁਕਸਾਨ ਔਰ ਕੁਝ ਫਾਇਦਿਆਂ ਦੇ ਨਾਲ ਹੀ ਹੁੰਦੀ ਹੈ। ਸੋ ਮੈਨੂੰ ਲੱਗਦਾ ਹੈ ਕਿ ਸਟੂਡੈਂਟ ਨੂੰ ਬਿਲਕੁਲ ਡਰਨ ਦੀ ਲੋੜ ਨਹੀਂ ਹੈ, ਇੱਕ ਵਾਰੀ ਵਰਕਆਊਟ ਕਰਨ ਦੀ ਲੋੜ ਹੈ ਆਪਣੇ ਸਟੇਟਮੈਂਟ ਆਫ ਪਰਪਸ ਦੇ ਉੱਤੇ, ਇੱਕ ਵਾਰੀ ਵਰਕਆਊਟ ਕਰਨ ਦੀ ਲੋੜ ਹੈ, ਆਪਣੀ ਫਾਈਲ 'ਚ ਕੁਝ ਐਡੀਸ਼ਨ ਕਰ ਸਕਦੇ ਹੈ। ਸਟੂਡੈਂਟ ਜਿਹੜਾ ਵੀ ਰਿਫਿਊਜ਼ ਹੋ ਰਿਹਾ ਮੈਂ ਇਸ ਮਾਧਿਅਮ ਚੈਨਲ ਦੇ ਮਾਧਿਅਮ ਤੋਂ ਦੱਸਣਾ ਚਾਹੁੰਦਾ ਕਿ ਉਹ ਆਪਣੇ ਕੇਪਸ ਨੋਟ ਦੇ ਲਈ ਅੱਗੇ ਜ਼ਰੂਰ ਵਧੇ। ਕੇਪਸ ਨੋਟ ਦੇ ਵਿੱਚ ਇੱਕ ਪ੍ਰੋਪਰ ਜਾਣਕਾਰੀ ਜ਼ਰੂਰ ਲਵੇ ਕਿ ਕਾਰਨ ਕੀ ਨੇ ਪਿੱਛੇ ਦੇ। ਜੇ ਉਹ ਪਿੱਛੇ ਦੇ ਕਾਰਨ ਬਾਹਰ ਨਿਕਲ ਕੇ ਆਉਂਦੇ ਹੈ ਤੇ ਇੱਕ ਕੰਸਲਟੈਂਟ ਦੀ ਹੈਲਪ ਹੁੰਦੀ ਹੈ ਤੁਹਾਡੇ ਵੱਲੋਂ ਕਿ ਫਾਈਲਿੰਗ ਦੇ ਵਿੱਚ ਅੱਗੇ ਕਿਹੜੀਆਂ ਚੀਜ਼ਾਂ ਦਾ ਹੁਣ ਧਿਆਨ ਰੱਖਿਆ ਜਾਵੇ ਕਿ ਦੂਸਰੇ ਚਰਨ ਦੇ ਵਿੱਚ ਮਤਲਬ ਜਨਵਰੀ ਦੇ ਲਈ ਜਦੋਂ ਫਾਈਲ ਲੱਗੇ ਤਾਂ ਕੋਈ ਵੀ ਦਿੱਕਤ ਸਾਹਮਣੇ ਨਾ ਆਵੇ ਔਰ ਬਹੁਤ ਸਮੂਥਲੀ ਜਿਹੜਾ ਪ੍ਰੋਸੈਸ ਦਾ ਹੋ ਜਾਵੇ। ਸੋ ਜਨਵਰੀ ਮੈਂ ਅਗੇਨ ਇੱਕ ਵਾਰੀ ਇਸ ਮੰਚ ਦੇ ਰਾਹੀਂ ਇਹੀ ਕਹਿ ਰਿਹਾ ਕਿ ਜਨਵਰੀ 2021 ਬਹੁਤ ਵੱਡਾ ਹੋਣ ਵਾਲਾ ਵਾ ਕੈਨੇਡਾ ਨੂੰ ਲੈ ਕੇ, ਜਿਹੜੇ ਸਟੂਡੈਂਟ ਕੈਨੇਡਾ ਦੇ ਵਿੱਚ ਪੜ੍ਹਨਾ ਚਾਹੁੰਦੇ ਨੇ। ਔਰ ਜਿਵੇਂ ਸੰਭਾਵਨਾ ਵੀ ਬਣ ਰਹੀ ਹੈ ਗੁਰਪ੍ਰੀਤ ਜੀ ਕਿ VFS ਸੈਂਟਰ ਕੈਨੇਡਾ ਦੀ ਸਰਕਾਰ ਤਿਆਰੀ ਕਰ ਰਹੀ ਹੈ, ਸਟੂਡੈਂਟ ਆਪਣੇ ਕਿਹੜੇ ਡਾਕੂਮੈਂਟਸ ਰੈਡੀ ਰੱਖਣ ਅਗਰ ਨਿਕਟ ਭਵਿੱਖ ਦੇ ਵਿੱਚ VFS ਸੈਂਟਰ ਖੁੱਲ੍ਹਦੇ ਨੇ, ਤੇ ਸਟੂਡੈਂਟਸ ਦੀ ਤਿਆਰੀ ਕਿਸ ਰੂਪ 'ਚ ਹੋਣੀ ਚਾਹੀਦੀ ਹੈ? ਦੇਖੋ ਸਟੂਡੈਂਟ ਪਹਿਲਾਂ ਜਿਹੜਾ ਜੀ ਸਾਰੇ ਡਾਕੂਮੈਂਟੇਸ਼ਨ ਉਹਦੇ ਹੱਥ ਵਿੱਚ ਹੀ ਹੁੰਦੇ ਨੇ, ਉਹਦੀਆਂ ਫੀਸ ਰਸੀਟ, ਉਹਦਾ GIC, ਉਹਦਾ ਮੈਡੀਕਲ, ਬਾਇਓਮੈਟ੍ਰਿਕ ਹੋਣਗੇ, ਉਹ ਐਡੀਸ਼ਨ ਹੋਏਗਾ ਜਦੋਂ ਕਰਨਾ ਹੋਏਗਾ। ਬਟ ਜੇ ਉਹਨਾਂ ਦੀ ਕੈਂਡੀਡੇਟ ਦੀ ਜਿਹੜੀ ਆ ਸਬਮਿਟ ਜਿਹੜੀ ਰਿਕੁਐਸਟ ਆਉਂਦੀ ਹੈ ਪਾਸਪੋਰਟ ਦੀ, ਅਗਰ ਉਹਦੇ ਤੇ PCC ਦੀ ਰਿਕੁਆਇਰਮੈਂਟ ਆਉਂਦੀ ਹੈ ਤੇ ਸਟੂਡੈਂਟ ਮੇਕ ਸ਼ੋਰ ਕਰਿਓ PCC ਕਰਾ ਕੇ ਦੇ। ਜੇ ਤੁਸੀਂ ਆਪਣਾ ਸਮਾਂ ਬਚਾਉਣਾ ਚਾਹੁੰਦੇ ਹੋ ਤੇ ਤੁਸੀਂ ਆਪਣਾ PCC ਪਹਿਲਾਂ ਵੀ ਕਰਾ ਕੇ ਰੱਖ ਸਕਦੇ ਹੋ।
ਕੋਈ ਵੱਡੀ ਗੱਲ ਨਹੀਂ ਹੈ। ਪੀਸੀਸੀ ਇੱਕ ਤੁਹਾਡੇ ਤਰ੍ਹਾਂ ਦੇ ਇੱਕ ਕਲੀਅਰੈਂਸ ਹੀ ਹੈ ਤੁਹਾਡੇ ਕੋਲ, ਜੇ ਨਾ ਵੀ ਲੋੜ ਪਈ ਹੋ ਸਕਦਾ ਹੈ ਕੱਲ ਨੂੰ ਉੱਥੇ ਜਾ ਕੇ ਲੋੜ ਪੈ ਜੇ। ਸੋ ਪੀਸੀਸੀ ਆਪਾਂ ਨੂੰ ਇੰਡੀਆ ਤੋਂ ਲੈਣ ਲਈ, ਸੋ ਤੁਹਾਡੇ ਪਿੱਛੇ ਤੁਹਾਡੇ ਘਰ ਦੇ ਭੱਜਦੇ ਫਿਰਨ ਕਿ ਅਸੀਂ ਪੀਸੀਸੀ ਕਰਾਈਏ ਬੱਚੇ ਦੀ, ਉਹਨੂੰ ਚੰਗਾ ਤੁਸੀਂ ਕਰਾ ਕੇ ਰੱਖ ਸਕਦੇ ਹੋ ਸੇਫਰ ਸਾਈਡ। ਕੋਈ ਜ਼ਿਆਦਾ ਐਡੀ ਵੱਡੀ ਕਾਸਟਿੰਗ ਵੀ ਇਨਵੋਲਵ ਨਹੀਂ ਹੈਗੀ। ਤੁਸੀਂ ਨੀਅਰ ਬਾਈ ਆਪਣੇ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਜਿਹੜਾ ਤੁਹਾਡੇ ਇਲਾਕੇ ਨੂੰ ਲੱਗਦਾ ਹੈ ਉੱਥੋਂ ਤੁਸੀਂ ਪੀਸੀਸੀ ਲੈ ਸਕਦੇ ਹੋ। ਮੇਜਰ ਇੰਪੋਰਟੈਂਟ ਸਟੇਜ 2 ਅਪਰੂਵਲ ਦੇ ਲਈ ਜਿਹੜੇ ਕਾਲਜ ਦੀ ਤੁਸੀਂ ਆਨਲਾਈਨ ਕਲਾਸਿਸ, ਕੋਈ ਵੀ ਕਨਵਰਸੇਸ਼ਨ ਹੈ, ਈਮੇਲ ਹੈ, ਐਕਸਚੇਂਜ ਹੋ ਰਹੀ ਹੈ ਕਾਲਜ ਯੂਨੀਵਰਸਿਟੀ ਦੇ ਨਾਲ, ਉਹ ਬਹੁਤ ਇੰਪੋਰਟੈਂਟ ਹੈ। ਧਿਆਨ ਰੱਖਣਾ ਕੋਈ ਡਿਲੀਟ ਨਾ ਹੋ ਜੇ, ਧਿਆਨ ਰੱਖਣਾ ਤੁਸੀਂ ਆਪਣੇ ਪਾਸਵਰਡ ਚੇਂਜ ਕਰਦੇ ਹੋਏ ਭੁੱਲ ਨਾ ਜਾਓ ਈਮੇਲ ਦਾ। ਉਹ ਈਮੇਲ ਬਹੁਤ ਇੰਪੋਰਟੈਂਟ ਰੋਲ ਪਲੇ ਅਦਾ ਕਰੇਗੀ, ਜਿਹੜੀ ਈਮੇਲ ਆਈਡੀ ਹੈਗੀ ਹੈ ਤੁਹਾਡੀ। ਸੋ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਆਨਲਾਈਨ ਪੜ੍ਹੋਗੇ ਉਹਦੇ 'ਚ ਤੁਹਾਨੂੰ ਕਿਹੜੀ ਈਮੇਲ ਆਈ ਹੈ, ਤੁਸੀਂ ਲੌਗਇਨ ਪਾਸਵਰਡ, ਉਹ ਬਹੁਤ ਜ਼ਰੂਰੀ ਹੈ। ਔਰ ਤੁਹਾਡਾ ਕੋਈ ਵੀ ਸਰਟੀਫਿਕੇਟ ਆਉਂਦਾ ਹੈ, ਟਰਾਂਸਕ੍ਰਿਪਟ ਆਉਂਦੀ ਹੈ ਤੁਹਾਡੇ ਕਾਲਜ ਤੋਂ ਪਹਿਲੇ ਟਰਮ ਦੇ ਰਿਲੇਟਡ, ਉਹ ਬਹੁਤ ਇੰਪੋਰਟੈਂਟ ਹੈ। ਸਾਰੀਆਂ ਚੀਜ਼ਾਂ ਐਡ ਆਨ ਹੋ ਕੇ AIP 2 ਦੇ ਵਿੱਚ ਤੁਹਾਨੂੰ ਜਾਣ ਲਈ ਨਹੀਂ ਕੋਈ ਰੋਕ ਸਕਦਾ। AIP 1 ਤੋਂ 2 ਦੇ ਵਿੱਚ ਇੱਕ ਅਗਰ ਕੋਈ ਵੀ ਸ਼ਖਸ ਆ ਰਿਹਾ ਵਾ ਜਿਹੜਾ ਤੁਹਾਨੂੰ ਰੋਕ ਸਕਦਾ ਹੈ AIP 2 ਲੈਣ ਤੋਂ, ਉਹ ਸਿਰਫ ਤੁਸੀਂ ਆਪ ਹੈਗੇ ਹੋ। ਤੁਸੀਂ ਆਪ ਹੀ ਆਪਣੇ ਰਸਤੇ ਦੇ ਵਿੱਚ ਰੋੜੇ ਖਿਲਾਰ ਸਕਦੇ ਹੋ। ਜੇ ਚਾਹੋ ਤੇ ਉਹਨਾਂ ਨੂੰ ਬਿਲਕੁਲ ਕਲੈਰਿਟੀ ਨਾਲ ਸਮੇਟ ਸਕਦੇ ਹੋ ਔਰ AIP 2 ਲੈ ਸਕਦੇ ਹੋ। ਬਿਲਕੁਲ ਜੀ, ਚਲੋ ਥੈਂਕ ਯੂ ਸੋ ਮਚ ਗੁਰਪ੍ਰੀਤ ਜੀ, ਬੜੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਜਿਹੜੀ ਸ਼ੇਅਰ ਕੀਤੀ ਹੈ। ਸੰਭਾਵਨਾ VFS ਸੈਂਟਰ ਖੁੱਲ੍ਹਣ ਦੀ ਬਣ ਰਹੀ ਹੈ, ਸੋ ਵੇਖਦੇ ਹਾਂ VFS ਸੈਂਟਰ ਕਿੰਨੀ ਜਲਦੀ ਖੁੱਲ੍ਹਦੇ ਨੇ। ਆਸ ਕਰਦੇ ਹਾਂ ਕਿ ਸਟੂਡੈਂਟ ਜ਼ਰੂਰ ਆਪਣੇ ਵੱਲੋਂ ਤਿਆਰ ਰਹਿਣਗੇ। ਥੈਂਕ ਯੂ ਸੋ ਮਚ। ਥੈਂਕ ਯੂ ਜੀ।